ਜੀ अस्सलाम वालेकुम ਸਭ ਦਾ ਵਾਮ ਵੈਲਕਮ ਮੇਰੇ ਚੈਨਲ ਤੇ। ਇੱਕ ਬਾਈ ਦਾ ਸਵਾਲ ਆਇਆ ਸੀ ਪਦਰੋਨ ਦੇ ਬਾਰੇ ਕਿ ਸਪੇਨ ਦੇ ਵਿੱਚ ਅਗਰ ਕਿਸੇ ਬੰਦੇ ਦਾ ਪਦਰੋਨ ਦਾ ਬਾਖਾ ਹੋ ਜਾਂਦਾ ਹੈ 5 ਕੁ ਮਹੀਨੇ, ਤੇ ਕਿਆ ਉਹਨੂੰ ਦੁਬਾਰਾ ਜਦੋਂ ਪਦਰੋਨ ਕਰੇਗਾ ਤੇ ਕਿਆ ਉਹਦੀ ਜਿਹੜੀ ਪਿਛਲੀ ਪਦਰੋਨ ਇਹਨੇ ਜਿਹੜੀ ਵੀ ਸਪੇਨ ਦੇ ਵਿੱਚ ਚਲਾਈ ਹੈ 6 ਮਹੀਨੇ ਚਲਾਈ ਹੈ ਜਾਂ 2 ਮਹੀਨੇ ਚਲਾਈ ਹੈ ਜਾਂ ਸਾਲ ਚਲਾਈ ਹੈ ਜਾਂ 1.5 ਸਾਲ ਚਲਾਈ ਹੈ, क्या वो भी ख़त्म हो जाएगी और उन्होंने नवे सिरे तो अपने सिस्टम शुरू करना पवेगा, यानी कि 3 साल या 2 साल गिनने पैणगे या पिछला जिहड़ा उहदा टाइम सी वो भी विच काउंट होवेगा है। ਜਿਹੜੇ ਤੇ ਨਵੇਂ ਸੁਣਨ ਵਾਲੇ ਨੇ ਉਹਨਾਂ ਵਾਸਤੇ ਅਰਜ਼ ਹੈ ਕਿ ਪਦਰੋਨ ਇੱਕ ਇਹੋ ਜਿਹਾ ਵਰਕਾ ਹੁੰਦਾ ਸਪੇਨ ਦੇ ਵਿੱਚ, ਜਿਹੜਾ ਸਪੇਨ ਦੀ ਯੂਨੀਅਨ ਕੌਂਸਲ ਜਿਹਨੂੰ ਸਪੈਨਿਸ਼ ਜ਼ਬਾਨ 'ਚ ਆਯੁੰਟਾਮੀਐਂਟੋ ਕਹਿੰਦੇ ਨੇ, ਉੱਥੇ ਜਾ ਕੇ ਇੰਦਰਾਜ ਕਰਨਾ ਹੁੰਦਾ ਹੈ ਕਿ ਮੈਂ ਫਲਾਂ ਬੰਦੇ ਦੇ ਮਕਾਨ 'ਤੇ ਰਹਿਣਾ ਪਿਆ ਜਾਂ ਫਲਾਂ ਮਕਾਨ 'ਤੇ ਰਹਿਣਾ ਪਿਆ। ਇਹ ਇੰਦਰਾਜ ਉਹ ਕਰਵਾ ਸਕਦਾ ਜਿਹੜੇ ਬੰਦੇ ਨੇ ਮਕਾਨ ਕਿਰਾਏ 'ਤੇ ਲਿਆ ਹੁੰਦਾ ਜਾਂ ਜਿਸ ਦਾ ਆਪਣਾ ਜ਼ਾਤੀ ਮਕਾਨ ਹੁੰਦਾ, ਉਹ ਨਾਲ ਜਾ ਕੇ ਤੇ ਉਹ ਸਾਈਨ ਕਰਕੇ ਦਿੰਦਾ ਨਾਲ ਮਕਾਨ ਦਾ ਕੰਟਰੈਕਟ ਕਰਦਾ, ਅਤੇ ਫਿਰ ਹੋ ਜਾਂਦਾ ਕਿ ਉਹ ਵਰਕਾ ਦੇ ਦਿੰਦੇ ਨੇ ਉਹਨਾਂ ਦੇ ਸਿਸਟਮ ਦੇ ਵਿੱਚ ਵੀ ਐਂਟਰ ਹੋ ਜਾਂਦਾ। ਜਦੋਂ ਚਾਹੋ ਤੁਸੀਂ ਵਰਕਾ ਲੈ ਸਕਦੇ ਹੋ ਕਿ ਇਹ ਬੰਦਾ ਫਲਾਂ ਮਕਾਨ 'ਤੇ ਰਹਿ ਰਿਹਾ। ਔਰ ਇਹ ਸਭ ਤੋਂ ਅਥੈਂਟਿਕ ਡਾਕੂਮੈਂਟ ਹੁੰਦਾ ਜਿਹੜਾ ਕੱਲ੍ਹ ਨੂੰ ਪੇਪਰ ਲੈਣ ਵਾਸਤੇ ਤੁਸੀਂ ਆਪਣਾ ਰਿਕਾਰਡ ਸਾਬਤ ਕਰਨਾ ਹੁੰਦਾ ਕਿ ਤੁਸੀਂ ਵਾਕਿਆ ਹੀ ਸਪੇਨ ਦੇ ਵਿੱਚ 3 ਸਾਲ ਤੋਂ ਰਹਿੰਦੇ ਪਏ ਹੋ। ਹੁਣ ਅਗਰ ਇਹਦੇ ਕਈ ਮਸਾਇਲ ਨੇ, ਉਹਨਾਂ ਮਸਲਿਆਂ ਵਿੱਚੋਂ ਇੱਕ ਮਸਲਾ ਇਹ ਵੇ ਕਿ ਅਗਰ ਵਿੱਚ ਬੰਦੇ ਦਾ 5 ਮਹੀਨੇ ਬਾਖਾ ਹੋ ਜਾਂਦਾ ਜਾਂ ਆਮ ਲਫ਼ਜ਼ਾਂ 'ਚ ਕਹੋ ਕਿ ਪਦਰੋਨ ਕੱਟੀ ਜਾਂਦੀ ਹੈ। ਕਟੀਂਦੀ ਕਿਸ ਤਰ੍ਹਾਂ ਵੇ ਕਿ ਜਿਹੜੇ ਮਕਾਨ 'ਤੇ ਤੁਸੀਂ ਪਦਰੋਨ ਆਪਣੀ ਕਰਾਈ ਹੈ, ਜਾਂ ਤਾਂ ਜਿਹੜਾ ਮਾਲਕ ਹੈ ਉਸਨੇ ਜਾ ਕੇ ਖ਼ਤਮ ਕਰਾ ਸਕਦੀ, ਕਿਉਂਕਿ ਉਹਨੂੰ ਇਖਤਿਆਰ ਹੁੰਦਾ ਜਾ ਕੇ ਖ਼ਤਮ ਕਰਾ ਸਕਦਾ, ਜਾਂ ਇਹ ਹੁੰਦਾ ਕਿ ਉਹਨੇ ਮਕਾਨ ਛੱਡ ਦਿੱਤਾ ਔਰ ਜਿਹੜੀ ਨਵੀਂ ਪਾਰਟੀ ਨੇ ਮਕਾਨ ਲਿਆ ਉਹ ਵੀ ਜਾ ਕੇ ਆਯੁੰਟਾਮੈਂਟੋ ਤੋਂ ਜਾ ਕੇ ਪੁਰਾਣਿਆਂ ਸਾਰਿਆਂ ਦੀ ਪਦਰੋਨ ਕਟਾ ਸਕਦੀ ਹੈ। ਹੁਣ ਕੋਈ ਵੀ ਹੈਪਨ ਹੋ ਜੇ ਔਰ ਬੰਦੇ ਨੂੰ, ਕਿਉਂਕਿ ਜਿਸਨੇ ਪਦਰੋਨ ਕਰਾਈ ਹੈ ਉਹਨੂੰ ਨਹੀਂ ਪਤਾ ਕਿ ਮੇਰੀ ਪਦਰੋਨ ਚਲਦੀ ਪਈ ਜਾਂ ਖ਼ਤਮ ਹੋ ਗਈ ਹੈ, ਅਤੇ 5 ਮਹੀਨਿਆਂ ਬਾਅਦ ਅਗਰ ਉਸ ਵਿਚਾਰੇ ਨੂੰ ਪਤਾ ਲੱਗਦਾ ਹੈ ਅਤੇ ਉਹ ਫਿਰ ਉਹ ਸੋਚਦਾ ਹੈ ਕਿ ਹੁਣ ਮੈਂ ਫਰਜ਼ ਕਰੋ ਸਾਲ ਕੁ ਪਹਿਲੇ ਰਹੇ ਹੈ ਅਤੇ ਹੁਣ ਪਦਰੋਨ ਕੱਟੀ ਗਈ ਹੈ ਅਤੇ ਹੁਣ ਮੇਰਾ ਪਿਛਲਾ ਟਾਈਮ ਵੀ ਕਾਊਂਟ ਹੋਵੇਗਾ ਜਾਂ ਨਵੇਂ ਸਿਰੋਂ ਤੋਂ ਦੁਬਾਰਾ ਸ਼ੁਰੂ ਗਿਣਤੀ ਫਿਰ ਕੱਚੀ 'ਚ ਹੀ ਬਹਿਣਾ ਪਵੇਗਾ। ਦੇਖੋ ਜੀ, ਇਹ ਮਾਮਲਾ ਤਾਂ ਬੜਾ ਸੀਰੀਅਸ ਹੈ। ਹੁਣ ਬੇਸਿਕਲੀ ਕਾਨੂੰਨੀ ਤੌਰ 'ਤੇ ਜਿਹੜੀ ਚੀਜ਼ ਇੰਪੋਰਟੈਂਟ ਹੈ ਨਾ, ਉਹ ਇਹ ਜਾਣਨਾ ਹੁੰਦੀ ਹੈ, ਉਹ ਜ਼ਰੂਰੀ ਨਹੀਂ ਕਿ ਪਦਰੋਨ ਦੀ ਬੇਸ 'ਤੇ ਪੇਪਰ ਲੈਣੇ ਹੁੰਦੇ ਨੇ। ਇੰਪੋਰਟੈਂਟ ਇਹ ਹੁੰਦੀ ਹੈ ਕਿ ਤੁਸੀਂ ਸਾਬਤ ਕਰਨਾ ਹੁੰਦਾ ਹੈ ਕਿ ਤੁਸੀਂ ਸਪੇਨ ਦੇ ਵਿੱਚ ਰਹੇ ਹੋ। ਉਹਨਾਂ ਸਬੂਤਾਂ ਵਿੱਚੋਂ ਇੱਕ ਅਥੈਂਟਿਕ ਸਬੂਤ ਪਦਰੋਨ ਦਾ ਹੁੰਦਾ। ਅਗਰ ਤੁਹਾਡੇ ਕੋਲ ਇਹਨਾਂ 5 ਮਹੀਨਿਆਂ ਦੀ ਪਦਰੋਨ ਨਹੀਂ ਹੈ ਅਤੇ ਤੁਸੀਂ ਫਿਰ ਸਾਬਤ ਕਰਨਾ ਕਿ ਵਾਕਈ ਸਪੇਨ ਦੇ ਵਿੱਚ ਤੁਸੀਂ ਰਹੇ ਹੋ, ਡਾਕੂਮੈਂਟਲੀ ਹੈ। ਉਹਦੇ ਵਿੱਚੋਂ ਇੱਕ ਸਬੂਤ ਤਾਂ ਇਹ ਹੁੰਦਾ ਹੈ ਕਿ ਤੁਸੀਂ ਮੈਡੀਕਲ ਕਾਰਡ ਤੁਹਾਡਾ ਬਣਿਆ ਔਰ ਤੁਸੀਂ ਇਹਨਾਂ 5 ਮਹੀਨਿਆਂ ਦੇ ਵਿੱਚ ਗਾਹੇ ਬਗਾਹੇ ਡਾਕਟਰ ਕੋਲ ਜਾਂਦੇ ਰਹੇ ਹੋ, ਅਤੇ ਤੁਹਾਡੀ ਮੈਡੀਕਲ ਹਿਸਟਰੀ ਨਿਕਲ ਆਉਂਦੀ ਹੈ ਕਿ ਤੁਸੀਂ ਸਪੇਨ ਦੇ ਵਿੱਚ ਰਹੇ ਹੋ। ਜਾਂ ਅਗਰ ਕਿਸੇ ਕੋਲ ਅਸਾਈਲਮ ਹੈ, ਅਜ਼ੀਲ ਹੈ, ਅਤੇ ਉਹਦੀ ਬੇਸ 'ਤੇ ਕੰਮ ਪਿਆ ਕਰਦਾ ਹੈ, ਅਤੇ ਉਹ ਵੀ ਆਪਣਾ ਸਾਬਤ ਕਰ ਸਕਦਾ ਕਿ ਵਾਕਈ ਦੇਖੋ ਮੇਰੀ ਵੀਜ਼ਾ ਲੱਭ ਲਾ ਲੈ ਮੈਂ। ਜਾਂ ਇਸ ਤੋਂ ਇਲਾਵਾ ਹੋਰ ਕੋਈ ਤੁਸੀਂ ਪੈਸੇ ਭੇਜੇ ਨੇ ਪਾਕਿਸਤਾਨ ਹੈ ਔਰ ਉਸ ਦੀ ਤੁਹਾਡੇ ਕੋਲ ਰਸੀਦ ਹੈ, ਅਤੇ ਤੁਸੀਂ ਉਹ ਵੀ ਦੱਸ ਸਕਦੇ ਹੋ ਕਿ ਵੇਖੋ ਫਲਾਂ ਮਹੀਨੇ ਦੀ ਫਲਾਂ ਡੇਟ 'ਤੇ ਮੈਂ ਸਪੇਨ ਦੇ ਵਿੱਚ ਹੀ ਸੀ। ਜਾਂ ਹੋਰ ਕੋਈ ਰਿਲੇਟਿਡ ਡਾਕੂਮੈਂਟ ਜਿਹੜਾ ਉਹ ਦੇਣਾ ਪਵੇਗਾ ਕਿ ਜਿਹੜਾ ਤੁਹਾਡੀ ਮੌਜੂਦਗੀ ਨੂੰ ਸਪੇਨ ਦੇ ਵਿੱਚ ਸਾਬਤ ਕਰੇ, ਲਗਾਤਾਰ 5 ਮਹੀਨੇ ਸਾਬਤ ਕਰੇ। ਹਰ ਮਹੀਨੇ ਦਾ ਕੋਈ ਨਾ ਕੋਈ ਡਾਕੂਮੈਂਟ ਤੁਸੀਂ ਦੇਣਾ ਤਾਂ ਕਿ ਗੌਰਮੈਂਟ ਨੂੰ ਤਸੱਲੀ ਹੋਵੇ ਕਿ ਵਾਕਿਆ ਹੀ ਇਹ ਰਿਹਾ। ਅਗਰ ਕੋਈ ਖਾਸ ਡਾਕੂਮੈਂਟ ਨਹੀਂ ਹੈ, ਸਪੈਸ਼ਲ ਡਾਕੂਮੈਂਟ ਨਹੀਂ ਹੈ, ਫਿਰ ਵਾਕਿਆ ਹੀ ਸਹੀ ਗੱਲ ਹੈ ਕਿ ਫਿਰ ਜ਼ੀਰੋ ਤੋਂ ਹੀ ਸ਼ੁਰੂ ਕਰਨੀ ਪਵੇਗੀ, ਫਿਰ ਇਸ ਦਾ ਕੋਈ ਹੱਲ ਨਹੀਂ ਹੈ। ਬਹੁਤ ਸ਼ੁਕਰੀਆ, ਥੈਂਕ ਯੂ, ਅੱਲਾ ਹਾਫਿਜ਼।